ਕੀ ਵੀਰਾ ਮੈਮ ਆਪਣੇ ਆਪ ਘਰ ਪਹੁੰਚ ਗਏ? ਪਰ ਕਦੋਂ ਤੇ ਕਿਵੇਂ? पर वीरा मैम है कित्थे सी? असी एजेंट तो सारी रात उन्होंने लभदे रहे पर वो किते नहीं मिले। पर वो अचानक हुण घर किवें पहुंच गए? नवीन तेन तो खुश होना चाहिए पर तू इन्नी टेंशन क्यों ले रहे हैं? शुक्र है बाबा जी का कि सहज सही सलामत घर आ गई। हाँ शौक तो मैं भी हाँ कि शीतल ने सहज को हर्ट क्यों नहीं किया। सच तू पक्का ठीक है ना? शीतल मल्होत्रा ने तेनों हड़ता नहीं किया ते किते सट तां नहीं ना लगी? बिल्कुल ठीक हाँ कबीर, तू अपनी फिक्र कर। तेनों भी तो चक्कर आ गया सी ना, तू गिरन लगा सी। तू मेरी छड़, मैं बिल्कुल ठीक हाँ। इंता ये हैरानी है कि शीतल मल्होत्रा ने तेनों फड़ लिया सी फिर उन्हें तेनों छटिया किवें? ते नाले सारे प्रूफ तू नवीन नूं दे के उन्होंने उत्थों पहुंचा दिता कि आप खतरे च पै गई। जे तेन कुछ हो जाता फिर? मैं बिल्कुल ठीक हाँ कबीर, तेरे सामने बैठी हुई हूँ। पर नवीन कित्थे है? ते मैं उन्हें सारे प्रूफ दे के भेजे सी, उस फोन च कोई प्रूफ मिले? मिल गया। की फोन च प्रूफ मिल गया? ना दे ये फोन जिहदे चों प्रूफ मिले तुसीं फिर वापस आ गए। मैं क्या सी इस घर दे विच उर्मिला वीर जी ते भाभी दी डेथ लई कोई भी डिसीजन नहीं होएगी। पक्का इन्हों सहज या कबीर नहीं भेजा हो रहा है। ਅਸੀਂ ਤੁਹਾਡੇ ਮਲਹੋਤਰਾ ਹਾਊਸ ਦੇ ਫੈਮਿਲੀ ਮੈਂਬਰ ਨਹੀਂ ਆ ਜਿਹੜੇ ਤੁਹਾਡੇ ਰੂਲ ਫੋਲੋ ਕਰਾਂਗੇ। ਅਸੀਂ ਐਸਸੀਐਫ ਦੇ ਏਜੰਟ ਆ ਤੇ ਐਸਸੀਐਫ ਦੇ ਸੀਨੀਅਰ ਆਫੀਸਰ ਦੇ ਆਰਡਰ ਫੋਲੋ ਕਰਦੇ ਹਾਂ ਅਸੀਂ। ਨਾਲੇ ਤੁਹਾਡੇ ਸਾਹਮਣੇ ਉਸ ਦਿਨ ਸਾਡੇ ਐਸਸੀਐਫ ਦੇ ਸੀਨੀਅਰ ਆਫੀਸਰ ਜੱਜ ਸਰ ਨੇ ਵੀਰਾ ਤੇ ਕਬੀਰ ਨੂੰ ਇਸ ਕੇਸ ਤੋਂ ਆਊਟ ਕੀਤਾ ਸੀ ਤੇ ਮੈਨੂੰ ਉਰਮਿਲਾ ਡੈਥ ਕੇਸ ਦਾ ਇੰਚਾਰਜ ਬਣਾਇਆ ਸੀ। एजेंट जस अरोड़ा कबीर ते वीरा इस केस उत्ते फर्दर कम नहीं करनगे। इस केस की इन्वेस्टिगेशन हुण ऑफिसर नवीन करनगे। हाँ पता है फिर असीं की करिए? ਤੁਸੀਂ ਕੁਝ ਨਹੀਂ ਕਰਨਾ ਤੇ ਨਾ ਹੀ ਤੁਸੀਂ ਕੁਝ ਕਰ ਸਕਦੇ ਹੋ। ਮੈਂ ਇੱਥੇ ਇਨਵੈਸਟੀਗੇਸ਼ਨ ਕਰਨ ਲਈ ਆਇਆ ਤੇ ਮੈਨੂੰ ਚੁੱਪਚਾਪ ਇਨਵੈਸਟੀਗੇਸ਼ਨ ਕਰਨ ਦਿਓ। ਤੇ ਇਨਵੈਸਟੀਗੇਸ਼ਨ ਕਰਦੇ ਕਰਦੇ ਸਾਡੇ ਹੱਥ ਇੱਕ ਪ੍ਰੂਫ ਲੱਗਿਆ, ਉਹ ਵੀ ਮਿਸਟਰ ਰਾਜਨਾਥ ਮਲਹੋਤਰਾ ਦੇ ਖਿਲਾਫ। ਤੁਸੀਂ ਇਹ ਕਹਿ ਰਹੇ ਹੋ ਕਿ ਉਰਮਿਲਾ ਭਾਬੀ ਦੇ ਮਰਡਰ ਲਈ ਮੇਰੇ ਵੀਰ ਜੀ ਜ਼ਿੰਮੇਦਾਰ ਨੇ? ਰਾਜਵੀਰ ਜੀ ਦਾ ਉਰਮਿਲਾ ਭਾਬੀ ਦੇ ਮਰਡਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਨਫੈਕਟ ਇਹ ਤਾਂ ਉਸ ਦਿਨ ਘਰ ਵੀ ਨਹੀਂ ਸੀਗੇ ਜਿਸ ਦਿਨ ਉਰਮਿਲਾ ਭਾਬੀ ਦਾ ਮਰਡਰ ਹੋਇਆ। ਹਾਂਜੀ ਅਸੀਂ ਮੰਨਦੇ ਹਾਂ ਕਿ ਸਰ ਉਸ ਰਾਤ ਘਰੇ ਨਹੀਂ ਸੀ, ਪਰ ਫਿਰ ਵੀ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਪ੍ਰੇਮਨਾਥ ਮਲਹੋਤਰਾ ਦੇ ਨਾਲ ਫੋਨ ਤੇ ਗੱਲ ਕੀਤੀ ਸੀ ਨਾ? ਤੂੰ ਇਸ ਫੋਨ ਨੂੰ अपनी बहादुरी ना लभ्या ते आप शीतल मल्होत्रा दे दलदल च फस गई। ये सिर्फ तेरे करके मिला सहज। इस फोन च प्रूफ मिल गया? वो भी बहुत क्लियर। मैं तुम्हें सुनाऊंगा। राज ओनू किसी शीतल नाम की कुड़ी ने मार दिता। वो शीतल तेरी वाइफ बनना चाहती है राज। वो कुड़ी बहुत बुरी है राज, वो कातिल है। ਇਹਦੇ ਵਿੱਚ ਤਾਂ ਸਾਰੇ ਸੋਲਿਡ ਪ੍ਰੂਫ ਹੈ। ਇਸ ਪ੍ਰੂਫ ਨਾਲ ਅਸੀਂ ਪੂਰੀ ਫੈਮਿਲੀ ਦੇ ਸਾਹਮਣੇ ਉਹਦਾ ਅਸਲੀ ਚਿਹਰਾ ਲੈ ਕੇ ਆ ਸਕਦੇ ਹਾਂ। ਕੀ ਕਹਿ ਰਹੇ ਨੇ ਵੀਰ ਜੀ? ਉਸ ਰਾਤ ਤੁਹਾਡੀ ਪ੍ਰੇਮ ਵੀਰ ਜੀ ਨਾਲ ਗੱਲ ਹੋਈ ਸੀ? ਇਹੀ ਸੱਚ ਹੈ। ਪ੍ਰੇਮਨਾਥ ਮਲਹੋਤਰਾ ਦੀ ਡੈਥ ਤੋਂ ਪਹਿਲਾਂ ਇਹਨਾਂ ਦੋਹਾਂ ਭਰਾਵਾਂ ਦੀ ਫੋਨ ਤੇ ਗੱਲ ਹੋਈ ਹੈ। ਤੁਸੀਂ ਇੰਨਾ ਵੱਡਾ ਕਲੂ ਸਾਡੇ ਤੋਂ ਛੁਪਾ ਕੇ ਰੱਖਿਆ। ये सब कुछ थानों किवें पता लग गया? ये गल तो मैं सिर्फ इक्को इंसान नूं दस्सी सी। ਕਿਹਨੂੰ ਦੱਸਿਆ ਸੀ ਵੀਰ ਜੀ ਤੁਸੀਂ? कल्याणी नूं। हाँ सहज
ਹੁਣ ਇਸ ਫੋਨ ਦਾ ਪ੍ਰੂਫ ਹੀ ਸ਼ੀਤਲ ਮਲਹੋਤਰਾ ਦਾ ਸੱਚ ਸਾਰਿਆਂ ਦੇ ਸਾਹਮਣੇ ਲੈ ਕੇ ਆਏਗਾ। ਇਹ ਸਾਰਾ ਕੁਝ ਤੇਰੇ ਕਰਕੇ ਹੋਇਆ ਸੀ ਅੱਜ। ਮੇਰੇ ਮਮ ਨੂੰ ਇਨਸਾਫ ਦਿਲਵਾਉਣ 'ਚ ਤੂੰ ਸਭ ਤੋਂ ਜ਼ਿਆਦਾ ਹੈਲਪ ਕੀਤੀ ਹੈ। ਤੂੰ ਦੁਨੀਆ ਦੀ ਬੈਸਟ ਵਾਈਫ ਹੈ। वैसे आज दिल ही यानी तारीफ काफ़ी है। ਕਲਿਆਣੀ ਤੂੰ ਐਸਐਫ ਏਜੰਟਸ ਨੂੰ ਦੱਸਿਆ ਕਿ ਉਸ ਦਾ ਸੁਸਾਈਡ ਤੋਂ ਪਹਿਲਾਂ ਮੈਂ ਪ੍ਰੇਮ ਵੀਰ ਜੀ ਨਾਲ ਗੱਲ ਕੀਤੀ ਸੀ। सुसाइड नहीं मर्डर सी हो। ਕਲਿਆਣੀ ਤੇਰੀ ਹਿੰਮਤ ਕਿੱਦਾਂ ਹੋਈ ਐਸਐਫ ਏਜੰਟਸ ਨੂੰ ਇਹ ਸਭ ਕੁਝ ਦੱਸਣ ਦੀ? ਮੈਂ ਤੈਨੂੰ ਆਪਣਾ ਸਮਝ ਕੇ ਪਰਸਨਲੀ ਮੈਂ ਤੇਰੇ ਨਾਲ ਗੱਲ ਸ਼ੇਅਰ ਕੀਤੀ ਸੀ ਤੇ ਮੈਨੂੰ ਨਹੀਂ ਪਤਾ ਸੀ ਤੂੰ ਆਪਣੇ ਪੇਟ 'ਚ ਇੰਨੀ ਗੱਲ ਪਛਾਣ ਨਹੀਂ ਸਕਦੀ। ਜੇ ਮੈਨੂੰ ਮੇਰੇ ਪੈਰੈਂਟਸ ਦੀ ਮੌਤ ਦਾ ਰਾਜ਼ ਜਾਣਨ ਦਾ ਚਾਂਸ ਮਿਲ ਰਿਹਾ ਨਾ ਤੇ ਮੈਂ ਉਹ ਚਾਂਸ ਗਵਾਉਂਗੀ ਥੋੜੀ ਨਾ ਚਾਚੂ। ਕਲਿਆਣੀ ਪਲੀਜ਼, ਜਦੋਂ ਵੀਰ ਜੀ ਨੇ ਸਾਫ਼ ਕਿਹਾ ਸੀ ਵੀ ਇਸ ਘਰ 'ਚ ਉਹਨਾਂ ਤਿੰਨਾਂ ਦਾ ਜ਼ਿਕਰ ਕੋਈ ਨਹੀਂ ਕਰੇਗਾ, ਫਿਰ ਤੂੰ ਏਜੰਟਸ ਨੂੰ ਇਹ ਗੱਲ ਜਾ ਕੇ ਕਿਉਂ ਦੱਸੀ? ਤੂੰ ਵੀਰ ਜੀ ਦੇ ਖਿਲਾਫ ਕਿਉਂ ਗਈ? ਹੁਣ ਪਤਾ ਕੀ ਹੋਏਗਾ, ਏਜੰਟਸ ਘਰ ਦੀ ਫੋਲਾਫਾਲੀ ਕਰਨਗੇ ਤੇ ਉਹਦੇ ਨਾਲ ਸਾਨੂੰ ਕਿੰਨੀ ਪ੍ਰੋਬਲਮ ਹੋਏਗੀ ਪਤਾ ਤੈਨੂੰ? ਹਾਂ, ਪਰ ਰਾਜ ਚਾਚੂ ਨੇ ਘਰ ਦੇ ਅੰਦਰ ਇਸ ਟੌਪਿਕ ਤੇ ਡਿਸਕਸ਼ਨ ਕਰਨ ਲਈ ਮਨਾ ਕੀਤਾ ਸੀ, ਘਰ ਦੇ ਬਾਹਰ ਤਾਂ ਨਹੀਂ। ਨਾਲੇ ਤੁਹਾਨੂੰ ਦੋਨਾਂ ਨੂੰ ਇਨੀ ਟੈਨਸ਼ਨ ਕਿਉਂ ਹੋ ਰਹੀ ਹੈ ਜਦ ਤੁਸੀਂ ਕੁਝ ਗਲਤ ਕੀਤਾ ਹੀ ਨਹੀਂ ਹੈ? ਫਿਰ ਡਰ ਕਿਸ ਗੱਲ ਦਾ? ਹਾਲੇ ਦੋਨੋਂ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ। ਮੇਰੇ ਹੋਮ ਡੈਡ ਦੀ ਡੈਥ ਦਾ ਰਾਜ਼ ਤਾਂ ਖੁੱਲ ਕੇ ਰਹੇਗਾ ਤੇ ਏਜੰਟਸ ਅੱਜ ਇਸੇ ਟਾਈਮ ਇਸ ਗੱਲ ਦਾ ਖੁਲਾਸਾ ਕਰਨਗੇ। ਸਹਿਜ ਕਬੀਰ ਦੇਖੋ, ਕਲਿਆਣੀ ਦੇ ਬਚਪਨ ਦੇ ਟੈਡੀ ਟੋਏ ਵਰਗਾ ਟੈਡੀ ਲੱਗ ਰਿਹਾ ਨਾ, ਬਿਲਕੁਲ ਸੇਮ। ਤੁਸੀਂ ਇਹ ਟੈਡੀ ਕਿਉਂ ਲੈ ਕੇ ਆਏ ਹੋ? ਸਹਿਜ ਜਿਹੜਾ ਕਲਿਆਣੀ ਦੀ ਦੇ ਬਚਪਨ ਦਾ ਟੈਡੀ ਸੀ ਉਹ ਤਾਂ ਹੁਣ ਆਪਣੇ ਕੋਲ ਹੈ ਨਹੀਂ। ਵੀ ਕਹਿ ਰਹੀ ਸੀ ਨਾ ਕਿ ਸ਼ੀਤਲ ਮਲਹੋਤਰਾ ਨੇ ਉਹਨੂੰ ਡਿਸਟਰੋਏ ਕਰ ਦਿੱਤਾ। ਤੇਰੇ ਉੱਤੇ ਖੋਇਆ ਸੀ ਨਾ ਉਹਨੇ। ਹਾਂ, ਉਹ ਤਾਂ ਡਿਸਟਰੋਏ ਹੋ ਗਿਆ ਸੀ। ਬਸ ਫਿਰ ਵੀਰ ਜੀ ਇਸੇ ਕਰਕੇ ਬਿਲਕੁਲ ਉਹੋ ਜਿਹਾ ਟੈਡੀ ਲੈ ਕੇ ਆਏ ਨੇ। ਹੁਣ ਇਹਦੇ ਵਿੱਚ ਆਪਾਂ ਇਹ ਐਵੀਡੈਂਸ ਵਾਲਾ ਫੋਨ ਲਗਾਵਾਂਗੇ ਤੇ ਇਹਨੂੰ ਸਟੋਰ ਰੂਮ 'ਚ ਰੱਖਾਂਗੇ। ਜਦੋਂ ਨਵੀਨ ਤੇ ਮਨਦੀਪ ਇਨਵੈਸਟੀਗੇਸ਼ਨ ਕਰਨ ਆਣਗੇ ਤਾਂ ਉਹਨਾਂ ਨੂੰ ਇਹ ਟੈਡੀ ਮਿਲੇਗਾ। ਪਰ ਇਹ ਸਭ ਕੁਝ ਕਰਨ ਦੀ ਕੀ ਲੋੜ ਸੀ? ਏਜੰਟ ਆ ਕੇ ਕੱਲਾ ਫੋਨ ਵੀ ਤਾਂ ਲੈ ਕੇ ਜਾ ਸਕਦੇ ਸੀ ਨਾ। ਸਹਿਜ ਅਗਰ ਸਿੱਧਾ ਫੋਨ ਮਿਲ ਜਾਏਗਾ ਤਾਂ ਇਹ ਇਨਵੈਸਟੀਗੇਸ਼ਨ ਦਾ ਪਲਾਨ ਸਾਰੇ ਘਰਦਿਆਂ ਨੂੰ ਪਤਾ ਨਹੀਂ ਲੱਗ ਜਾਏਗਾ ਕਿ ਸਾਡਾ ਸੀ। ਹਾਂ, ਵੈਸੇ ਵੀ ਸਹਿਜ ਉਰਮਲਾ ਆਂਟੀ ਦਾ ਡੈਥ ਕੇਸ ਨਵੀਨ ਹੈਂਡਲ ਕਰ ਰਿਹਾ ਹੈ। ਇਸ ਦੀ ਇਨਵੈਸਟੀਗੇਸ਼ਨ ਉਹ ਕਰੇਗਾ ਤੇ ਉਹ ਇਦਾਂ ਸਿੱਧੇ ਐਵੀਡੈਂਸ ਕਲੈਕਟ ਨਹੀਂ ਕਰ ਸਕਦਾ। ਹਾਂ, ਪਰ ਉਹ ਆਪਣੀ ਡਿਊਟੀ ਦੇ ਨਾਲ ਨਾਲ ਆਪਣੀ ਹੈਲਪ ਵੀ ਤਾਂ ਕਰ ਰਿਹਾ ਹੈ। ਜੋ ਆਪਾਂ ਨਹੀਂ ਕਰ ਸਕੇ ਉਹ ਕਰੇਗਾ ਹੁਣ। ਕਿਉਂਕਿ ਆਪਾਂ ਇਸ ਫੈਮਿਲੀ ਦੇ ਮੈਂਬਰ ਹੈ ਤਾਂ ਸੀਨੀਅਰ ਆਫੀਸਰਸ ਨੇ ਸਾਨੂੰ ਇਸ ਕੇਸ ਤੋਂ ਬਾਹਰ ਕਰ ਦਿੱਤਾ। ਪਤਾ ਨਹੀਂ ਇਹ ਗੱਲ ਮੈਨੂੰ ਪਹਿਲਾਂ ਕਿਉਂ ਨਹੀਂ ਯਾਦ ਆਈ। ਆਈ ਡੋਂਟ ਨੋ, ਕੱਲ ਤੋਂ ਮੇਰਾ ਦਿਮਾਗ ਹੀ ਕੰਮ ਨਹੀਂ ਕਰ ਰਿਹਾ। ਸਹਿਜ ਨਾਲੇ ਤੂੰ ਕੱਲ ਦਾ ਕੁਝ ਦੱਸਿਆ ਹੀ ਨਹੀਂ। ਕੱਲ ਤੂੰ ਕਿੱਥੇ ਸੀ? ਮੈਂ ਨਵੀਨ ਬਾਕੀ ਸਾਰੇ ਏਜੰਟ ਤੈਨੂੰ ਸਾਰੇ ਸ਼ਹਿਰ 'ਚ ਲੱਭਿਆ ਪਰ ਤੂੰ ਕਿਤੇ ਨਹੀਂ ਮਿਲੀ ਤੇ ਇੱਕਦਮ ਤੂੰ ਸਾਰਿਆਂ ਦੇ ਸਾਹਮਣੇ ਆ ਗਈ। ਤੂੰ ਮੈਨੂੰ ਹਸਪੀਟਲ 'ਚ ਲੱਭਿਆ ਸੀ ਕਬੀਰ? ਹਸਪੀਟਲ 'ਚ ਨਹੀਂ? ਕਿਉਂ? ਹਾਂ, ਮੈਂ ਹਸਪੀਟਲ ਤੋਂ ਡਿਸਚਾਰਜ ਹੋ ਕੇ ਘਰ ਆਈ ਸੀ। ਜੇ ਤੁਸੀਂ ਸਾਰਿਆਂ ਨੇ ਮੈਨੂੰ ਹਸਪੀਟਲ ਲੱਭਿਆ ਹੁੰਦਾ ਤਾਂ ਸ਼ਾਇਦ ਮੈਂ ਜਲਦੀ ਮਿਲ ਜਾਂਦੀ ਤੁਹਾਨੂੰ। ਪਰ ਸਹਿਜ ਤੂੰ ਹਸਪੀਟਲ ਕੀ ਕਰਨ ਗਈ ਸੀ? ਤੈਨੂੰ ਸ਼ੀਤਲ ਮਲਹੋਤਰਾ ਨੇ ਹਰਟ ਕੀਤਾ? ਤੇਰੇ ਸੱਟ ਲੱਗੀ ਕਿਤੇ? ਹਾਂ, ਸ਼ੀਤਲ ਮਲਹੋਤਰਾ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਤਾਂ ਮੇਰੀ ਕਿਸਮਤ ਚੰਗੀ ਸੀ ਕਿ ਮੈਂ ਬਚ ਕੇ ਆ ਗਈ। ਇਹਦੀ ਇੰਨੀ ਹਿੰਮਤ? ਉਮੀਦ ਤਾਂ ਮੈਨੂੰ ਵੀ ਨਹੀਂ ਸੀ ਕਿ ਉਹ ਇਸ ਹੱਦ ਤੱਕ ਗਿਰ ਜਾਏਗੀ, ਪਰ ਕਾਤਿਲ ਹੈ ਨਾ, ਕੁਝ ਵੀ ਕਰ ਸਕਦੀ ਹੈ। ਜਦੋਂ ਮੈਂ ਤੇ ਨਵੀਨ ਮਿੰਟੀ ਦੇ ਸਕੂਲ ਹੋਸਟਲ ਵਿੱਚੋਂ ਵਾਪਸ ਆ ਰਹੇ ਸੀ ਨਾ ਤਾਂ ਉਦੋਂ ਸਾਨੂੰ ਰਸਤੇ ਵਿੱਚੋਂ ਸ਼ੀਤਲ ਮਲਹੋਤਰਾ ਤੇ ਸ਼ੀਤਲ ਮਲਹੋਤਰਾ ਦੇ ਗੁੰਡਿਆਂ ਨੇ ਘੇਰ ਲਿਆ ਸੀ। ਪਰ ਮੈਂ ਉਸ ਤੋਂ ਪਹਿਲਾਂ ਹੀ ਨਵੀਨ ਨੂੰ ਉਹ ਸਬੂਤ ਫੜਾ ਦਿੱਤਾ ਸੀ ਤੇ ਮੈਂ ਉਹਨੂੰ ਉੱਥੋਂ ਭਜਾ ਦਿੱਤਾ ਤੇ ਮੈਂ ਸ਼ੀਤਲ ਮਲਹੋਤਰਾ ਕੋਲ ਫਸ ਗਈ। ਜਦੋਂ ਸ਼ੀਤਲ ਮਲਹੋਤਰਾ ਨੇ ਉਹ ਟੈਡੀ ਟੋਏ ਚੈੱਕ ਕੀਤਾ ਨਾ ਤਾਂ ਉਹਦੇ ਵਿੱਚੋਂ ਉਹਨੂੰ ਕੁਝ ਨਹੀਂ ਮਿਲਿਆ। ਮਿਲਦਾ ਵੀ ਕਿਵੇਂ, ਕਿਉਂਕਿ ਸਬੂਤ ਤਾਂ ਨਵੀਨ ਕੋਲ ਸੀ। ਤੇ ਸ਼ੀਤਲ ਨੇ ਤੇਰੇ ਨਾਲ ਕੀਤਾ ਕੀ ਸੀ? ਉਹ ਅਗਲਾ ਕੇ ਮੈਨੂੰ ਸਾੜਨਾ ਚਾਹੁੰਦੀ ਸੀ। मैं बहुत मुश्किल नाल उस आग तो बच के हॉस्पिटल पहुंची। ਜਦੋਂ मैं हॉस्पिटल के दरवाजे ते पहुंची ना ਤਾਂ ਉੱਥੇ ਜਾ ਕੇ मैं बेहोश हो गई।
ਪਰ ਮੇਰੀ ਹੈਲਥ ਬਿਲਕੁਲ ਵੀ ਠੀਕ ਨਹੀਂ ਸੀ, ਇਸ ਕਰਕੇ ਮੈਂ ਤੁਹਾਨੂੰ ਇਨਫੋਰਮ ਨਹੀਂ ਕਰ ਪਾਈ ਤੇ ਉਸ ਤੋਂ ਬਾਅਦ ਮੈਂ ਡਿਸਚਾਰਜ ਹੋ ਕੇ ਘਰ ਆ ਗਈ। ਸਹਿਜ ਮੇਰੀ ਭੈਣ, ਤੈਨੂੰ ਇਕੱਲੇ ਨੂੰ ਕਿੰਨਾ ਕੁਝ ਫੇਸ ਕਰਨਾ ਪਿਆ। ਮੈਂ ਇੱਕ ਏਜੰਟ ਆ ਤੇ ਇਦਾਂ ਦੀ ਸਿਚੁਏਸ਼ਨ ਮੈਂ ਆਪ ਹੈਂਡਲ ਕਰ ਸਕਦੀ ਹਾਂ, ਸੋ ਡੋਂਟ ਵਰੀ। ਸਹਿਜ ਥੈਂਕ ਗॉड ਤੂੰ ਠੀਕ ਹੈ, ਨਹੀਂ ਤਾਂ ਤੈਨੂੰ ਸੋਚ ਵੀ ਨਹੀਂ ਸਕਦੇ ਅਸੀਂ ਕਿੰਨੇ ਪਰੇਸ਼ਾਨ ਹੋ ਗਏ ਸੀ। ਅੱਜ ਤੋਂ ਬਾਅਦ ਅਗਰ ਤੂੰ ਕੱਲੀ ਗਈ ਨਾ, ਫਿਰ ਦੇਖੀ ਮੈਂ ਤੈਨੂੰ ਕਿਹਾ ਸੀ ਨਾ ਮੈਂ ਤੇਰੇ ਨਾਲ ਚੱਲਦਾ, ਪਰ ਤੂੰ ਸੁਣਦੀ ਕਿੱਥੇ ਹੈ। ਅੱਜ ਤੋਂ ਬਾਅਦ ਹਰ ਜਗ੍ਹਾ ਮੈਂ ਤੇਰੇ ਨਾਲ ਜਾਵਾਂਗਾ, ਸਮਝ ਆਈ? ਹਾਂ ਸਹਿਜ, ਤੂੰ ਇਕੱਲੀ ਕਿਤੇ ਨਹੀਂ ਜਾਏਂਗੀ। ਇੰਨੇ ਸਾਲਾਂ ਬਾਅਦ ਮੈਂ ਆਪਣੀ ਭੈਣ ਨੂੰ ਮਿਲਿਆ, ਹੁਣ ਮੈਂ ਤੈਨੂੰ ਦੁਬਾਰਾ ਨਹੀਂ ਖੋਣਾ ਚਾਹੁੰਦਾ। ਇਹ ਸ਼ੀਤਲ ਮਲਹੋਤਰਾ ਨੇ ਨਾ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਹੁਣ ਇਹ ਮੇਰੇ ਹੱਥੋਂ ਨਹੀਂ ਬਚੇਗੀ। ਮੈਂ ਨਾ ਇਹਦੇ ਨਾਲ ਗੱਲ ਕਰਕੇ ਆਉਂਦਾ। ਕਬੀਰ ਨਹੀਂ, ਕਾਮ ਡਾਊਨ। ਵੈਸੇ ਵੀ ਏਜੰਟ ਸ਼ੀਤਲ ਮਲਹੋਤਰਾ ਨੂੰ ਅਰੈਸਟ ਕਰਨ ਹੀ ਵਾਲੇ ਨੇ, ਉਦੋਂ ਤੱਕ ਆਪਣੇ ਆਪ ਨੂੰ ਸ਼ਾਂਤ ਰੱਖ। ਮੈਨੂੰ ਲੱਗਦਾ ਹੈ ਏਜੰਟਸ ਨੂੰ ਉਹ ਪਾਪਾ ਦਾ ਪੁਰਾਣਾ ਫੋਨ ਮਿਲਣ ਹੀ ਵਾਲਾ ਹੋਣਾ। ਜਦੋਂ ਇਨਵੈਸਟੀਗੇਸ਼ਨ ਆਫੀਸ਼ੀਅਲੀ ਹੋ ਰਹੀ ਹੈ ਤਾਂ ਸਜ਼ਾ ਵੀ ਆਫੀਸ਼ੀਅਲੀ ਮਿਲਣੀ ਚਾਹੀਦੀ ਹੈ ਨਾ। ਹਾਂ ਕਬੀਰ, ਛੇਤੀ ਇਸ ਐਵੀਡੈਂਸ ਨੂੰ ਇਸ ਦੀ ਅਸਲੀ ਜਗ੍ਹਾ ਤੇ ਰੱਖ। ਹੁਣ ਮੈਂ ਇਹਨੂੰ ਸਟੋਰ ਰੂਮ 'ਚ ਰੱਖ ਕੇ ਆਉਣਾ। ਨਹੀਂ ਨਹੀਂ, ਮੈਨੂੰ ਦੇ, ਤੂੰ ਰੈਸਟ ਕਰ। ਵੈਸੇ ਵੀ ਤੈਨੂੰ ਚੱਕਰ ਆ ਗਏ ਸੀ ਤੇ ਇਹ ਟੈਡੀ ਮੈਂ ਸਟੋਰ ਰੂਮ 'ਚ ਰੱਖ ਕੇ ਆਵਾਂਗੀ। ਹਾਂ ਸਹਿਜ, ਪਹਿਲਾਂ ਇਸ ਕਲੂ ਨੂੰ ਸ਼ੀਤਲ ਤੋਂ ਬਚਾ ਕੇ ਇੱਥੇ ਤੱਕ ਲੈ ਕੇ ਆਈ ਹੈ ਤੇ ਹੁਣ ਇਹੀ ਸਭ ਦੀਆਂ ਨਜ਼ਰਾਂ ਤੋਂ ਬਚਾ ਕੇ ਸਟੋਰ ਰੂਮ 'ਤੇ ਰੱਖ ਕੇ ਆਵੇਗੀ ਤਾਂ ਕਿ ਇਹ ਐਵੀਡੈਂਸ ਏਜੰਟਸ ਨੂੰ ਮਿਲ ਸਕੇ। ਇੱਕ ਵਾਰ ਇਹ ਫੋਨ ਰਿਕਾਰਡਿੰਗ ਮਲਹੋਤਰਾ ਫੈਮਿਲੀ ਸੁਣ ਲਵੇ, ਫਿਰ ਸ਼ੀਤਲ ਨੂੰ ਜੇਲ੍ਹ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਸਹਿਜ ਨੂੰ ਹੁਣ ਆਰਾਮ ਨਾਲ ਸਟੋਰ ਰੂਮ 'ਚ ਰੱਖਿਆ, ਧਿਆਨ ਨਾਲ ਚਾਹੀ। ਬਸ ਇਹ ਆਖਰੀ ਸਟੈਪ ਹੈ, ਇਸ ਤੋਂ ਬਾਅਦ ਉਰਮਿਲਾ ਮਲਹੋਤਰਾ ਦਾ ਮਰਡਰ ਕੇਸ ਸੋਲਵ ਹੋਣ ਹੀ ਵਾਲਾ। ਨਹੀਂ वो सब कुछ ठीक हो जाएगा। ਹੁਣ ਫਾਈਨਲੀ ਮੇਰੇ ਮੌਮ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਤੇ ਕਲਿਆਣੀ ਦੀ ਦੇ ਪੇਰੈਂਟਸ ਨੂੰ ਇਨਸਾਫ। ये एजेंट्स की लपी जा रहे, या फिर मैंने दिखाई नहीं दे रहा कि ये एविडेंस का नाटक कर रहे हैं। पर फोन तो कबीर के कोल है ना, फिर इधर उधर की लभ रहे हैं। फिर जो मर्जी करी जा, वो फोन चो सच बाहर नहीं आना चाहिए। भाभी जी, भाभी जी, हाँ अशोक। की गल भाभी तुसी इन्ने टेंशन च क्यों? अशोक एजेंट्स की कह रहे थे की लभ रहे ने उत्थे आके। ਤੁਹਾਨੂੰ ਨਹੀਂ ਪਤਾ ਭਾਬੀ, ਏਜੰਟਸ ਕਹਿ ਰਹੇ ਸੀ ਕਿ ਰਾਜਵੀਰ ਜੀ ਦੀ ਪ੍ਰੇਮਵੀਰ ਜੀ ਦੇ ਨਾਲ ਗੱਲ ਹੋਈ ਸੀ ਫੋਨ ਤੇ, ਉਹ ਵੀ ਠੀਕ ਪ੍ਰੇਮਵੀਰ ਜੀ ਦੇ ਮਰਨ ਤੋਂ ਪਹਿਲਾਂ। ਏਜੰਟਸ ਉਹੀ ਫੋਨ ਲੱਭਦੇ ਪਏ ਨੇ ਜਿਸ ਦੇ ਨਾਲ ਰਾਜਵੀਰ ਜੀ ਨੇ ਲਾਸਟ ਗੱਲ ਕੀਤੀ ਸੀ ਪ੍ਰੇਮਵੀਰ ਜੀ ਦੇ ਨਾਲ। ਪਰ ਭਾਬੀ ਤੁਸੀਂ ਇਹਨਾਂ ਟੈਨਸ਼ਨ 'ਚ ਕਿਉਂ? ਤੁਸੀਂ ਤਾਂ ਇਨੋਸੈਂਟ ਹੋ ਤੇ ਐਵੇਂ ਬਿਹੇਵ ਕਰ ਰਹੇ ਹੋ ਕਿ ਸਾਰੇ ਮਰਡਰ ਤੁਸੀਂ ਆਪਣੇ ਹੱਥਾਂ ਨਾਲ ਕੀਤੇ ਹੁੰਦੇ ਨੇ। ਪਰ ਭਾਬੀ ਉਹ ਜਸ ਕਹਿ ਰਿਹਾ ਸੀ ਕਿ ਸਾਰੇ ਮਰਡਰਸ ਤੁਸੀਂ ਕੀਤੇ ਨੇ। ਇਨਫੈਕਟ ਉਹ ਤਾਂ ਇਹ ਵੀ ਕਹਿ ਰਿਹਾ ਸੀ ਕਿ ਉਰਮਿਲਾ ਭਾਬੀ ਦਾ ਮਰਡਰ ਵੀ ਤੁਸੀਂ ਕੀਤਾ। ਜਸ ਤਾਂ ਝੂਠ ਬੋਲ ਰਿਹਾ ਸੀ ਨਾ ਭਾਬੀ, ਹੈ ਨਾ? ਕਿਉਂਕਿ ਜਦੋਂ ਉਰਮਿਲਾ ਭਾਬੀ ਦਾ ਮਰਡਰ ਹੋਇਆ ਉਦੋਂ ਤਾਂ ਤੁਸੀਂ ਵਿਆਹ ਕਰਾ ਕੇ ਇਸ ਘਰ 'ਚ ਆਏ ਵੀ ਨਹੀਂ ਸੀਗੇ ਤੇ ਤੁਸੀਂ ਤਾਂ ਉਰਮਿਲਾ ਭਾਬੀ ਨੂੰ ਜਾਣਦੇ ਵੀ ਨਹੀਂ ਸੀ, ਫਿਰ ਤੁਸੀਂ ਉਹਨਾਂ ਨੂੰ ਕਿਵੇਂ ਮਾਰ ਸਕਦੇ ਹੋ? ਮੈਂ ਠੀਕ ਕਹਿ ਰਿਹਾ ਨਾ ਭਾਬੀ? हाँ मैं तो उर्मिला ਨੂੰ ਜਾਣਦੀ ਤੱਕ ਨਹੀਂ ਸੀ। ਮੈਨੂੰ ਤਾਂ ਰਾਜੀ ਦੇ ਫਰਸਟ ਮੈਰਿਜ ਬਾਰੇ ਵੀ ਕਬੀਰ ਦੇ ਆਉਣ ਤੋਂ ਬਾਅਦ ਪਤਾ ਲੱਗਿਆ। ਉਹੀ ਤਾਂ ਮੈਂ ਕਹਿ ਰਿਹਾ ਭਾਬੀ, ਆਫਟਰ ਆਲ ਮੈਨੂੰ ਵੀ ਤੁਹਾਡੇ ਨਾਲ ਇਸ ਘਰ 'ਚ ਰਹਿੰਦੇ ਇੰਨੇ ਸਾਲ ਹੋ ਗਏ ਆ,
ਮੈਨੂੰ ਪਤਾ ਤੁਸੀਂ ਇਹੋ ਜਿਹਾ ਕੁਝ ਨਹੀਂ ਕੀਤਾ। ਹਾਂ ਜਦ ਇੰਨੇ ਸਾਲਾਂ ਤੋਂ ਮੈਂ ਫੜੀ ਨਹੀਂ ਗਈ ਫਿਰ ਅੱਜ ਕਿਵੇਂ ਮਰਡਰਰ ਸਾਬਿਤ ਹੋ ਸਕਦੀ ਹਾਂ? ਮੈਨੂੰ ਆਪਣੇ ਆਪ ਨੂੰ ਬਚਾਉਣ ਲਈ ਕੁਝ ਤਾਂ ਕਰਨਾ ਹੀ ਪੈਣਾ। ਮੈਨੂੰ ਕੁਝ ਕੰਮ ਹੈ, ਮੈਂ ਜਾਣੀ ਹਾਂ। ਭਾਬੀ ਤੁਹਾਨੂੰ ਦੇਖ ਕੇ ਲੱਗਦਾ ਹੈ ਕਿ ਦਾਲ 'ਚ ਕੁਝ ਕਾਲਾ ਤਾਂ ਜ਼ਰੂਰ ਹੈ। ਆਈ ਮੀਨ ਤੁਹਾਡੇ ਫੇਸ ਦੇ ਐਕਸਪ੍ਰੈਸ਼ਨਸ ਕੁਝ ਠੀਕ ਨਹੀਂ ਲੱਗ ਰਹੇ। ਤੁਸੀਂ ਇਨੋਸੈਂਟ ਬਣਨ ਦੀ ਕੋਸ਼ਿਸ਼ ਤਾਂ ਕਰ ਰਹੇ ਹੋ ਪਰ ਇੱਦਾਂ ਹੈ ਨਹੀਂ, ਕੁਝ ਗੜਬੜ ਹੈ। ਕਿਤੇ ਇੱਦਾਂ ਤਾਂ ਨਹੀਂ ਕਿ ਉਰਮਿਲਾ ਭਾਬੀ ਦਾ ਮਰਡਰ ਸੱਚਮੁੱਚ ਸ਼ੀਤਲ ਭਰਜਾਈ ਨੇ ਕੀਤਾ? ਜੋ ਵੀ ਹੋਏ ਏਜੰਟਸ ਦਾ ਪਤਾ ਲਾ ਹੀ ਲੈਣਗੇ। ਤੁਹਾਨੂੰ ਇੱਥੇ ਕੁਝ ਨਹੀਂ ਲੱਭਣਾ। ਰਾਜ ਤਾਇਆ ਜੀ ਦਾ ਪੁਰਾਣਾ ਫੋਨ ਲੱਭਣਾ ਤਾਂ ਉਹਨਾਂ ਦੇ ਰੂਮ 'ਚ ਆ ਕੇ ਲੱਭੋ, ਇੱਥੇ ਨਹੀਂ ਮਿਲਣਾ। ਹਾਂ ਤੇ ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਸਾਡੇ ਰੂਮ ਦੀ ਇੰਨੀ ਡਿਟੇਲ 'ਚ ਸਰਚ ਕਿਉਂ ਕਰ ਰਹੇ ਹੋ ਤੇ ਇੰਨੇ ਵਿਹਲੇ ਹੋ ਕਿ ਕਿਸ ਘਰ ਦਾ ਕੋਨਾ ਛਾਨ ਮਾਰੋਗੇ? ਮੈਡਮ ਅਸੀਂ ਡਿਊਟੀ ਕਰ ਰਹੇ ਹਾਂ, ਸਾਨੂੰ ਸਾਡੀ ਡਿਊਟੀ ਕਰਨ ਦਿਓ। ਮੈਂ ਇੱਥੇ ਸਾਰਾ ਕੁਝ ਚੈੱਕ ਕਰ ਲਿਆ ਬਟ ਇੱਥੇ ਕੋਈ ਵੀ ਪੁਰਾਣਾ ਫੋਨ ਤਾਂ ਨਹੀਂ ਮਿਲਿਆ। ਓਕੇ, ਕੋਈ ਹੋਰ ਰੂਮ ਦੇਖਦੇ ਹਾਂ, ਕਿਤੋਂ ਨਾ ਕਿਤੋਂ ਤਾਂ ਐਵੀਡੈਂਸ ਲੱਭ ਕੇ ਰਹਾਂਗੇ। ਚਲੋ ਇਸ ਸਹਿਜ ਤੇ ਕਬੀਰ ਨੇ ਨਾ ਸਾਨੂੰ ਇਰੀਟੇਟ ਕਰਨ ਵਾਸਤੇ ਨਵਾਂ ਪਲਾਨ ਬਣਾ ਲਿਆ ਹੈ। ਪਤਾ ਨਹੀਂ ਹੁਣ ਨਾ ਇਸ ਘਰ ਦੇ ਵਿੱਚ ਕਦੋਂ ਸ਼ਾਂਤੀ ਮਿਲੇਗੀ ਸਾਨੂੰ। ਮਨੂ ਕੀ ਸੋਚ ਰਹੇ ਹੋ ਤੁਸੀਂ? प्रिया मैं ये सोच रहा है कि जो सच्ची वो पुराना फोन मिल गया तो फिर फंसूगा कौन? ਮੈਨੂੰ ਕੀ ਪਤਾ ਕੌਣ ਫਸੇਗਾ? ਜਿਹਨੇ ਮਰਡਰ ਕੀਤਾ ਉਹੀ ਫਸੇਗਾ ਨਾ। ਵੈਸੇ ਮਨੂ ਜਿਹਨੇ ਸੱਚੀ ਮਰਡਰ ਕੀਤਾ ਹੈ ਇਸ ਟਾਈਮ ਤਾਂ ਪੂਰਾ ਡਰਿਆ ਹੋਇਆ ਹੋਏਗਾ ਨਾ। तेनों हजे भी किसी ते शक नहीं हो रहा? स्टूपिड भुल गई उस दिन जस ने की किया सी कि शीतल ताई जी ने ही सारे मर्डर्स करे। तो शीतल ताई जी थोड़े घबराए हुए तो होंगे ना? शीतल ताई जी ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ। ਪਰ ਮਨੂ ਪਰ ਜੇ ਸੱਚੀ ਸ਼ੀਤਲ ਤਾਈ ਜੀ ਨੇ ਮਰਡਰ ਕੀਤਾ ਹੋਏਗਾ ਫਿਰ ਤਾਂ ਉਹ ਅਰੈਸਟ ਹੋ ਜਾਣਗੇ ਨਾ। हाँ तो जे शीतल ताई जी अरेस्ट हो गए तो आप इस मौके का फायदा उठा के विक्रम नूं भी प्रॉपर्टी चों बाहर कढ़ सकते हैं। विक्रम प्रॉपर्टी जो बेदखल कर दिते जाएंगे। जे विक्रम के कोल प्रॉपर्टी ना रही फिर मेरा की बनेगा? ਵਿਕਰਮ ਨੂੰ ਕਿਵੇਂ ਮਤਲਬ ਇਸ ਸਭ ਦੇ ਵਿੱਚ ਵਿਕਰਮ ਦਾ ਕੀ ਲੈਣਾ ਦੇਣਾ ਹੈ? ਮਤਲਬ ਇਸ ਮੈਟਰ ਕਰਕੇ ਅਸੀਂ ਉਹਨੂੰ ਕਿਵੇਂ ਪ੍ਰਾਪਰਟੀ ਚੋਂ ਕੱਟ ਸਕਦੇ ਹਾਂ? जे शीतल ताई जी क्रिमिनल साबित हो गए तो उन्होंने बेटा वो भी तो क्रिमिनल ही होया। फिर उस तो बाद वो कौन सुनूगा? ਤੁਸੀਂ ਮੈਨੂੰ ਸਟੂਪਿਡ ਕਹਿ ਰਹੇ ਸੀ ਨਾ, ਹੁਣ ਤੁਸੀਂ ਆਪ ਸਟੂਪਿਡ ਵਾਲੀ ਗੱਲ ਕਰ ਰਹੇ ਹੋ ਮੈਨੂੰ। ਜਦੋਂ ਵਿਕਰਮ ਖੁਦ ਕ੍ਰਿਮੀਨਲ ਪ੍ਰੂਫ ਹੋਇਆ ਸੀ ਉਦੋਂ ਤਾਂ ਉਹਨੂੰ ਪ੍ਰਾਪਰਟੀ 'ਚ ਕੋਈ ਨਹੀਂ ਕੱਟ ਸਕਿਆ। ਹੁਣ ਤਾਈ ਜੀ ਦੇ ਕ੍ਰਿਮੀਨਲ ਪ੍ਰੂਫ ਹੋਣ ਨਾਲ ਵਿਕਰਮ ਨੂੰ ਆਪਾਂ ਪ੍ਰਾਪਰਟੀ 'ਚ ਕਿਵੇਂ ਕੱਟ ਸਕਦੇ ਹਾਂ? ਆਈ ਡੋਂਟ ਥਿੰਕ ਕਿ ਤੁਹਾਡਾ ਇਹ ਪਲਾਨ ਨਾ ਕੰਮ ਕਰੇਗਾ। फिर की फायदा शीतल ताई जी के क्रिमिनल होने का जे आप उन्होंने फसा के प्रॉपर्टी 'ਚ हिस्सा भी नहीं ले सकते? मैनू लगता है प्रॉपर्टी 'ਚ हिस्सा लैन लई ना कुछ होर प्लान सोचना पैना है। ਸਾਨੂੰ ਪ੍ਰਾਪਰਟੀ ਉਦੋਂ ਹੀ ਮਿਲ ਸਕਦੀ ਹੈ ਜਦੋਂ ਇਸ ਘਰ ਦਾ ਬਟਵਾਰਾ ਹੋਏਗਾ। ਤੇ ਕਲਿਆਣੀ ਦੀ ਦੇ ਹੁੰਦੇ ਇਹ ਪੋਸੀਬਲ ਹੀ ਨਹੀਂ ਹੈ। ਸੋ ਤੁਸੀਂ ਨਾ ਆਪਣੇ ਦਿਮਾਗ ਦੇ ਘੋੜੇ ਦੌੜਾਉਣਾ ਬੰਦ ਕਰੋ ਤੇ ਆਪਣੇ ਖਿਆਲੀ ਬਲਾਉ ਸਾਈਡ ਤੇ ਰੱਖੋ। ਫਿਲਹਾਲ ਤਾਂ ਅਸੀਂ ਇਹ ਚੱਲ ਕੇ ਵੇਖਦੇ ਹਾਂ
ਕਿ ਇਸ ਘਰ ਦੇ ਵਿੱਚ ਅਸਲੀ ਮਰਡਰਰ ਕੌਣ ਹੈ। ਚਲੋ ਪਤਾ ਨਹੀਂ ਏਜੰਟਸ ਪਲਾਨ ਦੇ ਅਕੋਰਡਿੰਗ ਕਦੋਂ ਫੋਨ ਲੱਭਣਗੇ ਤੇ ਕਦੋਂ ਸ਼ੀਤਲ ਚਾਚੀ ਨੂੰ ਐਕਸਪੋਜ਼ ਕਰਨਗੇ। ਇਹਨਾਂ ਨੂੰ ਪਤਾ ਨਹੀਂ ਇੰਨਾ ਟਾਈਮ ਕਿਉਂ ਲੱਗ ਰਿਹਾ ਹੈ। ਐਵੀਡੈਂਸ ਸਰਚ ਕਰਨ ਦੀ ਔਰ ਕਿੰਨੀ ਐਕਟਿੰਗ ਕਰਨੀ ਬਾਕੀ ਰਹਿੰਦੀ ਹੈ। ਕਲਿਆਣੀ ਦੀ ਤੁਸੀਂ ਏਜੰਟਸ ਨੂੰ ਫੋਨ ਕਰਕੇ ਬੁਲਾਇਆ ਨਾ ਘਰ ਦੇ ਵਿੱਚ ਉਹ ਡੈਡ ਦਾ ਪੁਰਾਣਾ ਫੋਨ ਲੱਭਣ ਲਈ। ਜ਼ਰੂਰਤ ਕੀ ਸੀ ਇਸ ਚੀਜ਼ ਦੀ? ਸਾਰੇ ਘਰ ਚੋਂ ਨਾ ਤਹਿਸ ਨਹਿਸ ਕਰਕੇ ਰੱਖਤਾ। ਸੋ ਵਾਟ, ਹੁਣ ਐਵੀਡੈਂਸ ਚਾਹੀਦਾ ਹੈ ਤੇ ਕਾਦੀ ਚੈਕਿੰਗ ਤਾਂ ਕਰਨੀ ਪਏਗੀ ਨਾ। ਵਾਟ ਡੂ ਯੂ ਵਾਂਟ? ਕਿ ਏਜੰਟਸ ਚੈਕਿੰਗ ਨਾ ਕਰਨ ਤੇ ਮੇਰੇ ਪੈਰੈਂਟਸ ਦੇ ਕਲਪ੍ਰਿਟ ਫੜੇ ਨਾ ਜਾਣ। ਦੇਖੋ ਕਲਿਆਣੀ ਦੀ, ਮੇਰੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈਗੀ ਤੁਹਾਡੇ ਪੇਰੈਂਟਸ ਨਾਲ, ਬਟ ਮੇਰੇ ਰੂਮ ਦੇ ਬਾਹਰ ਕੀ ਕਰ ਰਹੇ ਨੇ ਉਹ? ਜਦ ਏਜੰਟਸ ਨੇ ਕਿਹਾ ਕਿ ਪੂਰੇ ਮਲਹੋਤਰਾ ਹਾਊਸ 'ਚ ਚੈਕਿੰਗ ਹੋਏਗੀ ਤੇ ਤੇਰਾ ਰੂਮ ਵੀ ਤਾਂ ਮਲਹੋਤਰਾ ਹਾਊਸ ਵਿੱਚ ਹੀ ਆਉਂਦਾ ਨਾ। ਹੁਣ ਤੇਰੇ ਸਿਰਫ ਇੱਕ ਰੂਮ ਕਰਕੇ ਉਹ ਚੈਕਿੰਗ ਤਾਂ ਬੰਦ ਕਰ ਨਹੀਂ ਲੈਣਗੇ, ਪਰ ਚੈਕਿੰਗ ਦੇ ਨਾਮ ਤੋਂ ਤੂੰ ਇੰਨਾ ਕਿਉਂ ਡਰ ਰਿਹਾ ਵਿਕਰਮ? ਕਿਤੇ ਤੂੰ ਏਜੰਟਸ ਤੋਂ ਕੁਝ ਲੁਕਾ ਤਾਂ ਨਹੀਂ ਰਿਹਾ? ਵੇਟ ਅ ਸੈਕਿੰਡ, ਮੈਂ ਤਾਂ ਇਹ ਭੁੱਲ ਹੀ ਗਈ ਸੀ ਕਿ ਵਿਕਰਮ ਮਲਹੋਤਰਾ ਤਾਂ ਇੱਕ ਫਾਰਮਰ ਕ੍ਰਿਮੀਨਲ ਹੈ। ਡਰ ਤਾਂ ਲੱਗ ਹੀ ਰਿਹਾ ਹੋਣਾ ਨਾ। ਕਲਿਆਣੀ ਦੀ